सत श्री अकाल जी। तुसीं देख रहे हो पंजाब मेल USA TV ਤੇ मैं हाँ ਤੁਹਾਡੀ ਹੋਸਟ ਐਂਡ ਦੋਸਤ ਸੁਰਭੀ ਸ਼ਰਮਾ ਤੇ ਇਸ ਦੇ ਨਾਲ ਹੀ ਦੇਸ਼ ਵਿਦੇਸ਼ ਦੀਆਂ ਕੁਝ ਖਾਸ ਅਪਡੇਟਸ ਲੈ ਕੇ ਮੈਂ ਹਾਜ਼ਰ ਹਾਂ। ਇਹਨਾਂ ਖਬਰਾਂ ਦੇ ਸਪਾਂਸਰ ਨੇ ਰਿਐਲਟਰ ਗੁਰਜਤਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਅਤੇ ਵੇਚਣ ਦੇ ਲਈ ਸਕਰੀਨ ਤੇ ਦਿੱਤੇ ਨੰਬਰਾਂ ਰਾਹੀਂ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ। ਤੇ ਪੇਸ਼ ਆਨ ਦੇਸ਼ ਵਿਦੇਸ਼ ਦੀਆਂ ਕੁਝ ਚੋਣਵੀਆਂ ਖਬਰਾਂ। US ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਵੀਜ਼ਾ ਫੀਸਾਂ 'ਚ ਕਰੇਗਾ ਵਾਧਾ। 12 ਮਾਰਚ ਨੂੰ ਅਮਰੀਕਾ ਦੇ ਸਮੇਂ 'ਚ ਹੋਵੇਗੀ ਤਬਦੀਲੀ, 1 ਘੰਟਾ ਅੱਗੇ ਕਰਨਾ ਪਵੇਗਾ ਸਮਾਂ। ਸਿੱਖ ਡਿਟੈਕਟਿਵ ਚਰਨ ਸਿੰਘ ਨੇ 20 ਸਾਲ ਪੁਰਾਣੇ ਕਤਲ ਕੇਸ ਦੀ ਗੁੱਥੀ ਸੁਲਝਾਈ, ਸ਼ੱਕੀ ਆਖਰਕਾਰ ਹਿਰਾਸਤ ਦੇ ਵਿੱਚ। ਡਾਕਟਰ SP ਸਿੰਘ ਉਬਰਾਏ ਦੇ ਸਨਮਾਨ ਵਿੱਚ ਫੇਅਰਫੀਲਡ ਵਿਖੇ ਹੋਇਆ ਸਮਾਗਮ। ਲਾਸ ਐਂਜਲਸ ਤੋਂ ਬੋਸਟਨ ਜਾ ਰਹੇ ਜਹਾਜ਼ ਵਿੱਚ ਹੰਗਾਮਾ, ਮੁਸਾਫਰ ਵੱਲੋਂ ਅਮਲੇ ਦੇ ਇੱਕ ਮੈਂਬਰ ਤੇ ਕੀਤਾ ਗਿਆ ਹਮਲਾ। ਭਾਰਤ ਨਾਲ ਵੀਜ਼ਾ ਪ੍ਰਣਾਲੀ ਨੂੰ ਸੌਖਾ ਬਣਾਉਣ ਦੀ ਤਿਆਰੀ ਕਰ ਰਹੇ ਰੂਸ। ਹੁਣ ਖਬਰਾਂ ਵਿਸਥਾਰ ਦੇ ਨਾਲ। US ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਨੇ ਇੱਕ ਪ੍ਰਸਤਾਵਿਤ ਨਿਯਮ ਜਾਰੀ ਕੀਤਾ ਸੀ ਜੋ ਵੱਖ-ਵੱਖ ਕਿਸਮਾਂ ਦੀਆਂ ਵੀਜ਼ਾ ਅਰਜ਼ੀਆਂ ਅਤੇ ਖਾਸ ਤੌਰ ਤੇ ਰੋਜ਼ਗਾਰ ਆਧਾਰਿਤ ਅਰਜ਼ੀਆਂ ਤੇ ਕਾਰਵਾਈ ਕਰਨ ਲਈ ਲੋੜੀਂਦੀਆਂ ਫਾਈਲਿੰਗ ਫੀਸਾਂ ਨੂੰ ਵਧਾਏਗਾ। ਜਨਤਕ ਟਿੱਪਣੀ ਲਈ ਅੰਤਿਮ ਤਾਰੀਖ ਸ਼ੁਰੂ ਵਿੱਚ 6 ਮਾਰਚ ਲਈ ਨਿਰਧਾਰਿਤ ਕੀਤੀ ਗਈ ਸੀ, ਪਰ ਇਸ ਨੂੰ 13 ਮਾਰਚ ਤੱਕ ਵਧਾ ਦਿੱਤਾ ਗਿਆ ਹੈ। ਹਜ਼ਾਰ ਲੋਕਾਂ ਨੇ US ਵੀਜ਼ਾ ਫੀਸਾਂ 'ਚ ਪ੍ਰਸਤਾਵਿਤ ਵਾਧੇ ਬਾਰੇ ਟਿੱਪਣੀਆਂ ਦਰਜ ਕਰਨ ਲਈ ਕਾਲ ਦਾ ਜਵਾਬ ਦਿੱਤਾ ਹੈ ਅਤੇ ਅਨੁਮਾਨਿਤ ਤੌਰ ਤੇ ਬਹੁਤ ਸਾਰੇ ਚਿੰਤਾਵਾਂ ਪ੍ਰਗਟ ਕਰ ਰਹੇ ਹਨ। ਦਰਜ ਕੀਤੀਆਂ ਗਈਆਂ 4000 ਤੋਂ ਵੱਧ ਟਿੱਪਣੀਆਂ ਦੀ ਇੱਕ ਸਰਸਰੀ ਝਲਕ ਇਹ ਦਰਸਾਉਂਦੀ ਹੈ ਕਿ ਲੋਕ ਅਣਗਿਣਤ ਕਾਰਨਾਂ ਕਰਕੇ ਪ੍ਰਸਤਾਵਿਤ ਵਾਧੇ ਨਾਲ ਮੁੱਦਾ ਉਠਾ ਰਹੇ ਹਨ। ਫੈਡਰਲ ਸਰਕਾਰ ਤੋਂ ਫੰਡਾਂ ਦੀ ਘਾਟ ਕਾਰਨ ਏਜੰਸੀ ਦਾ ਬਜਟ ਇਮੀਗ੍ਰੇਸ਼ਨ ਅਰਜ਼ੀਆਂ ਤੋਂ ਫਾਈਲ ਕਰਨ ਦੀਆਂ ਫੀਸਾਂ ਦੀ ਰਸੀਦ ਤੇ ਨਿਰਭਰ ਕਰਦਾ ਹੈ। ਅਸਲ ਵਿੱਚ ਲਗਭਗ 97% USCIS ਫੰਡਿੰਗ ਸਿੱਧੇ ਤੌਰ ਤੇ ਵੀਜ਼ਾ, ਗ੍ਰੀਨ ਕਾਰਡ ਅਤੇ ਨਾਗਰਿਕਤਾ ਲਈ ਅਰਜ਼ੀ ਦੇਣ ਵਾਲੇ ਪ੍ਰਵਾਸੀਆਂ ਦੁਆਰਾ ਪ੍ਰਦਾਨ ਕੀਤੀ ਅਰਜ਼ੀ ਫੀਸਾਂ ਤੋਂ ਆਉਂਦੀ ਹੈ। 2016 ਤੋਂ ਬਾਅਦ ਕੋਈ ਵਾਧਾ ਨਹੀਂ ਹੋਇਆ ਅਤੇ ਆਉਣ ਵਾਲੇ ਸਾਲਾਂ ਦੇ ਵਿੱਚ ਟਰੰਪ ਪ੍ਰਸ਼ਾਸਨ ਦੇ ਅਧੀਨ ਪ੍ਰਵਾਸੀ ਵਿਰੋਧੀ ਭਾਵਨਾ, ਕੋਵਿਡ ਪਾਬੰਦੀਆਂ ਦੇ ਬਾਅਦ ਅਰਜ਼ੀਆਂ ਅਤੇ ਇਸ ਨਾਲ ਮਾਲੀਆ ਵਿੱਚ ਕਮੀ ਆਈ ਹੈ। ਉਹਨਾਂ ਹਿੱਤਾਂ ਦੀ ਪੂਰਤੀ ਕਰਨ ਲਈ ਏਜੰਸੀ ਸੋਚਦੀ ਹੈ ਕਿ ਇੱਕ ਵਾਧਾ ਕ੍ਰਮ ਵਿੱਚ ਹੈ। ਹਰ ਸਾਲ 2 ਵਾਰ ਅਮਰੀਕੀ ਅਤੇ ਕੈਨੇਡਾ ਦੇ ਸਮੇਂ ਵਿੱਚ ਤਬਦੀਲੀ ਕੀਤੀ ਜਾਂਦੀ ਹੈ। ਪਹਿਲਾ ਮਾਰਚ ਦੇ ਦੂਸਰੇ ਐਤਵਾਰ ਨੂੰ ਅਤੇ ਦੂਸਰੀ ਵਾਰ ਨਵੰਬਰ ਦੇ ਪਹਿਲੇ ਐਤਵਾਰ ਨੂੰ ਇੱਥੇ 1 ਘੰਟੇ ਦੇ ਸਮੇਂ ਦੀ ਤਬਦੀਲੀ ਹੁੰਦੀ ਹੈ। ਯਾਨੀ ਕਿ ਘੜੀ ਦੀਆਂ ਸੂਈਆਂ ਮਾਰਚ ਦੇ ਦੂਜੇ ਐਤਵਾਰ ਨੂੰ ਅੱਗੇ ਕਰਨੀਆਂ ਪੈਂਦੀਆਂ ਹਨ, ਜਦਕਿ ਨਵੰਬਰ ਦੇ ਪਹਿਲੇ ਐਤਵਾਰ ਨੂੰ 1 ਘੰਟਾ ਪਿੱਛੇ ਕਰਨੀਆਂ ਪੈਂਦੀਆਂ ਹਨ। ਇਸ ਵਾਰੀ ਸਮੇਂ ਦੀ ਤਬਦੀਲੀ 12 ਮਾਰਚ ਨੂੰ ਹੋਵੇਗੀ। ਉਸ ਦਿਨ ਸਮੂਹ ਅਮਰੀਕਾ ਨਿਵਾਸੀਆਂ ਨੂੰ ਆਪਣੀਆਂ ਘੜੀਆਂ ਦੀਆਂ ਸੂਈਆਂ 1 ਘੰਟਾ ਅੱਗੇ ਕਰਨੀਆਂ ਪੈਣਗੀਆਂ। ਫਰਜ਼ ਕੀਤਾ ਕਿ ਜੇ ਤੁਹਾਡੀ ਘੜੀ ਵਿੱਚ ਤੜਕੇ ਸਵੇਰੇ ਦੇ 4 ਵਜੇ ਹੋਏ ਹਨ ਤਾਂ ਉਸ ਨੂੰ 1 ਘੰਟਾ ਦਾ ਸਮਾਂ ਅੱਗੇ ਕਰਕੇ 5 ਵਜੇ ਸੈੱਟ ਕਰਨਾ ਪਵੇਗਾ। ਇੱਥੋਂ ਦੇ ਪੁਲਿਸ ਵਿਭਾਗ ਦੇ ਡਿਟੈਕਟਿਵ ਚਰਨ ਸਿੰਘ ਨੇ 20 ਸਾਲ ਪੁਰਾਣੇ ਕੇਸ ਨੂੰ ਸੁਲਝਾਉਣ 'ਚ ਸਫਲਤਾ ਹਾਸਲ ਕੀਤੀ ਹੈ। ਪੰਜਾਬ ਮੇਲ ਵੱਲੋਂ ਇਕੱਤਰਿਤ ਕੀਤੀ ਗਈ ਸੂਚਨਾ ਅਨੁਸਾਰ 26 ਜੁਲਾਈ 1999 ਨੂੰ ਯੂਬਾ ਸਿਟੀ ਪੁਲਿਸ ਵਿਭਾਗ ਨੇ ਕੁਈਨਜ਼ ਐਵੇਨਿਊ ਤੇ ਇੱਕ ਅਪਾਰਟਮੈਂਟ ਕੰਪਲੈਕਸ ਨੂੰ ਇੱਕ ਕਤਲ ਦਾ ਹਵਾਲਾ ਦਿੱਤਾ। ਜਾਂਚ ਦੌਰਾਨ ਜਾਂਚਕਰਤਾਵਾਂ ਨੂੰ ਪਤਾ ਲੱਗਾ ਕਿ ਸ਼ੱਕੀ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਸੀ। ਫਿਰ ਸ਼ੱਕੀ ਆਪਣੇ 2 ਬੱਚਿਆਂ, ਇੱਕ ਪੁੱਤਰ ਅਤੇ ਇੱਕ ਧੀ ਨੂੰ ਲੈ ਕੇ ਮੈਕਸੀਕੋ ਭੱਜ ਗਿਆ। ਉਸ ਸਮੇਂ ਉਸ ਦੇ ਪੁੱਤਰ ਦੀ ਉਮਰ 2 ਸਾਲ ਅਤੇ ਬੇਟੀ 6 ਸਾਲ ਦੀ ਸੀ। ਅਗਲੇ 20 ਸਾਲਾਂ ਦੌਰਾਨ ਜਾਂਚਕਰਤਾ ਸ਼ੱਕੀ ਨੂੰ ਲੱਭਣ ਵਿੱਚ ਅਸਮਰਥ ਰਹੇ। 2019 ਵਿੱਚ ਡਿਟੈਕਟਿਵ ਸਕਾਟੀ ਕਲਿੰਕਨ ਬੀਅਰਡ ਅਤੇ ਡਿਟੈਕਟਿਵ ਚਰਨ ਸਿੰਘ ਨੂੰ ਇਸ ਕੇਸ ਦੀ ਜਾਂਚ ਸੌਂਪੀ ਗਈ। ਇਹਨਾਂ ਦੋਹਾਂ ਨੇ ਜਾਂਚ ਤੇ ਅੰਤਕ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਮੈਕਸੀਕੋ ਵਿੱਚ ਇੱਕ ਗਵਾਹ ਨਾਲ ਸੰਪਰਕ ਕਰਨ ਦੇ ਯੋਗ ਹੋ ਗਏ। ਇੱਕ ਵਾਰ ਸ਼ੱਕੀ ਦੇ ਟਿਕਾਣੇ ਦਾ ਪਤਾ ਲੱਗਣ ਤੋਂ ਬਾਅਦ ਜਾਸੂਸ ਕਲਿੰਕਨ ਬੀਅਰਡ ਅਤੇ ਜਾਸੂਸ ਚਰਨ ਸਿੰਘ ਨੇ ਸਟਰ ਕਾਉਂਟ ਜ਼ਿਲ੍ਹਾ ਅਟਾਰਨੀ ਦਫ਼ਤਰ ਦੇ ਨਾਲ ਅੰਤਰਰਾਸ਼ਟਰੀ ਮਾਮਲਿਆਂ ਦੇ ਦਫ਼ਤਰ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ। ਜੂਨ 2022 ਵਿੱਚ ਸ਼ੱਕੀ ਦੀ ਹਵਾਲਗੀ ਦੀ ਬੇਨਤੀ ਨੂੰ US ਅਤੇ ਮੈਕਸੀਕਨ ਸਰਕਾਰਾਂ ਦੁਆਰਾ ਮਨਜ਼ੂਰੀ ਦਿੱਤੀ ਗਈ ਸੀ। ਇੱਕ ਵਾਰ ਮਨਜ਼ੂਰੀ ਮਿਲਣ ਤੋਂ ਬਾਅਦ ਡਿਟੈਕਟਿਵ ਚਰਨ ਸਿੰਘ ਨੇ ਯੂਨਾਈਟਿਡ ਸਟੇਟ ਮਾਰਸ਼ਲ ਸਰਵਿਸ ਨਾਲ ਸੰਪਰਕ ਕੀਤਾ, ਜਿਸ ਨੇ ਮੈਕਸੀਕੋ ਵਿੱਚ ਸ਼ੱਕੀ ਨੂੰ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰੀ ਤੋਂ ਬਾਅਦ ਟੋਨੀ ਨੇ ਮੈਕਸੀਕੋ ਵਿੱਚ ਗਵਾਹਾਂ ਨਾਲ ਮੁਲਾਕਾਤਾਂ ਦੌਰਾਨ ਡਿਟੈਕਟਿਵ ਚਰਨ ਸਿੰਘ ਦੀ ਮਦਦ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। ਅਰੇਲਾਨੋ ਨੂੰ ਅਮਰੀਕਾ ਹਵਾਲੇ ਕਰ ਦਿੱਤਾ ਗਿਆ ਸੀ, ਜਿੱਥੇ ਉਸ ਨੂੰ ਕਤਲ ਦੇ ਦੋਸ਼ਾਂ ਵਿੱਚ ਸਟਰ ਕਾਉਂਟੀ ਜੇਲ੍ਹ ਵਿੱਚ ਬੰਦ ਕੀਤਾ ਗਿਆ ਸੀ।
ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਸੰਸਥਾਪਕ ਡਾਕਟਰ ਐਸਪੀ ਸਿੰਘ ਉਬਰਾਏ ਅੱਜਕੱਲ ਅਮਰੀਕਾ ਦੌਰੇ ਤੇ ਹਨ। ਆਪਣੀ ਇਸ ਫੇਰੀ ਦੌਰਾਨ ਉਹ ਫੇਅਰਫੀਲਡ ਪਹੁੰਚੇ, ਜਿੱਥੇ ਉਹਨਾਂ ਨਾਲ ਸੰਸਥਾ ਦੇ ਕੈਲੀਫੋਰਨੀਆ ਦੇ ਪ੍ਰਧਾਨ ਗੁਰਜਤਿੰਦਰ ਸਿੰਘ ਰੰਧਾਵਾ ਵੀ ਹਾਜ਼ਰ ਸਨ। ਸੈਫਰਨ ਰੈਸਟੋਰੈਂਟ ਫੇਅਰਫੀਲਡ ਵਿਖੇ ਪਹੁੰਚਣ ਤੇ ਭਾਰੀ ਗਿਣਤੀ ਵਿੱਚ ਇਕੱਤਰਿਤ ਹੋਈਆਂ ਸ਼ਖਸੀਅਤਾਂ ਨੇ ਉਹਨਾਂ ਦਾ ਭਰਪੂਰ ਸਵਾਗਤ ਕੀਤਾ। ਇਸ ਦੌਰਾਨ ਵੱਖ-ਵੱਖ ਆਗੂਆਂ ਨੇ ਆਪੋ ਆਪਣੇ ਵਿਚਾਰ ਪੇਸ਼ ਕੀਤੇ, ਜਿਨ੍ਹਾਂ ਵਿੱਚ ਪਾਲ ਹੇਅਰ, ਹਰਜਿੰਦਰ ਸਿੰਘ ਧਾਮੀ, परमजीत सिंह खैरा, जस्सी शेरगिल, डडवाल ब्रदर्स, बूटा सिंह सिद्धू, कुलवंत सिंह बैंस, हरप्रीत सिंह संधू, सुरजीत रत्तू, कैप्टन ओलक तो इलावा होर भी बहुत सारे आगू शामिल सन। इस मौके गुरजतिंदर सिंह रंधावा ने डॉक्टर उबराए के जीवन बारे संखेप जानकारी दी। इस उपरांत डॉक्टर एसपी सिंह उबराए ने सरबत दा भला चैरिटेबल ट्रस्ट वालों चलाए जा रहे कारजां बारे विस्तार नाल जानकारी दिंदे होए दस्सिया कि पंजाब तो इलावा हरियाणा, हिमाचल प्रदेश, राजस्थान, कश्मीर, पाकिस्तान, अफगानिस्तान, नेपाल आदि इलाकों विच भी जरूरतमंदां दी मदद की जा रही है। उन्होंने कहा संस्था ने कोविड-19 महामारी दौरान वड्डी गिनती विच ऑक्सीजन के प्लांट ला के लोकां तक पहुंचाए सी। उन्होंने यह भी दस्सिया कि संस्था वालों थां-थां ते डायलिसिस मशीनां, मैडिकल लैबोरेटरीज, सिलाई स्कूल, कंप्यूटर स्कूल आदि तो इलावा होर भी बहुत सारे समाज भलाई के काम किए जा रहे हैं। डॉक्टर ब्रॉय ने दस्सिया कि हुण तक वो दुबई विखे 119 लोगों की फांसी की सज़ा मुआफ कर चुके हैं। बहुत सारिया मृतक देहां दुबई तो पंजाब पहुंचण दे विच उपराले भी उन्हां दी संस्था वालों कीते जांदे हन। बजुर्ग बीबियां नूं पेंशनां दित्तियां जा रहीआं हन। किसान मोर्चे दौरान भी उन्हां दी संस्था ने वडमुला योगदान पाया सी। जिक्रयोग है कि डॉक्टर एसपी सिंह उबराए ने अपनी अमरीका फेरी दौरान स्कारमेंटो, फेयरफील्ड, फिरामांट, स्टाकटन, वाशिंगटन डीसी, न्यूयॉर्क ਅਤੇ ਇਲਾਕਿਆਂ ਵਿੱਚ ਵੱਖ-ਵੱਖ ਸੰਸਥਾਵਾਂ ਨਾਲ ਮੁਲਾਕਾਤ ਕੀਤੀ। ਅਮਰੀਕਾ ਵਿੱਚ ਲਾਸ ਐਂਜਲਸ ਤੋਂ ਬੋਸਟਨ ਜਾ ਰਹੇ ਯੂਨਾਈਟਿਡ 에ਅਰਲਾਈਨਸ ਦੇ ਜਹਾਜ਼ ਵਿੱਚ ਇੱਕ ਯਾਤਰੀ ਵੱਲੋਂ ਇੱਕ ਸਹਾਇਕ ਮੁਲਾਜ਼ਮ ਦੀ ਗਰਦਨ ਉੱਪਰ ਟੁੱਟੇ ਹੋਏ ਧਾਤ ਦੇ ਚਮਚੇ ਨਾਲ ਹਮਲਾ ਕਰਨ ਦੇ ਹੰਗਾਮੀ ਸਥਿਤੀ ਦੌਰਾਨ ਜਹਾਜ਼ ਵਿੱਚੋਂ ਬਾਹਰ ਨਿਕਲਣ ਵਾਲੇ ਦਰਵਾਜ਼ੇ ਨੂੰ ਖੋਲ੍ਹਣ ਦੀ ਕੋਸ਼ਿਸ਼ ਕਰਨ ਦੀ ਖਬਰ ਆਈ ਹੈ। ਨਿਆਂ ਵਿਭਾਗ ਅਨੁਸਾਰ ਮਾਸਾਚੁਸੇਟਸ ਰਾਜ ਦੇ ਰਹਿਣ ਵਾਲੇ ਫ੍ਰਾਂਸਿਸਕੋ ਸਵੇਰੋ ਟੋਰਸ ਨਾਮੀ ਇਸ ਮੁਸਾਫਰ ਨੂੰ ਬੋਸਟਨ ਲੋਗਨ ਇੰਟਰਨੈਸ਼ਨਲ ਹਵਾਈ ਅੱਡੇ ਉੱਪਰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ਵਿਰੁੱਧ ਜਹਾਜ਼ ਦੇ ਅਮਲੇ ਤੇ ਕੰਮਕਾਜ ਵਿੱਚ ਦਖਲ ਹੋਣ ਤੇ ਖਤਰਨਾਕ ਹਥਿਆਰ ਨਾਲ ਅਮਲੇ ਉੱਪਰ ਹਮਲਾ ਕਰਨ ਦੇ ਦੋਸ਼ ਲਾਏ ਗਏ ਹਨ। ਦੂਸਰੇ ਪਾਸੇ ਟੋਰਸ ਨੇ ਜਾਂਚਕਾਰਾਂ ਨੂੰ ਦੱਸਿਆ ਕਿ ਉਸਨੇ ਆਪਣੇ ਆਪ ਨੂੰ ਬਚਾਉਣ ਦੇ ਯਤਨ ਵਜੋਂ ਸਹਾਇਕ ਮੁਲਾਜ਼ਮ ਉੱਪਰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ, ਕਿਉਂਕਿ ਮੇਰਾ ਵਿਸ਼ਵਾਸ ਸੀ ਕਿ ਉਹ ਮੈਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸੇ ਦੌਰਾਨ ਯੂਨਾਈਟਿਡ 에ਅਰਲਾਈਨਸ ਨੇ ਆਪਣੀਆਂ ਉਡਾਨਾਂ ਵਿੱਚ ਟੋਰਸ ਵੱਲੋਂ ਸਫ਼ਰ ਕਰਨ ਉੱਪਰ ਪਾਬੰਦੀ ਲਾ ਦਿੱਤੀ ਹੈ। 에ਅਰਲਾਈਨਸ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਭਵਿੱਖ ਵਿੱਚ ਟੋਰਸ ਉਸ ਦੇ ਜਹਾਜ਼ਾਂ ਵਿੱਚ ਸਫ਼ਰ ਨਹੀਂ ਕਰ ਸਕੇਗਾ। रूस वीजा प्रणाली ਨੂੰ ਸੌਖਾ ਬਣਾਉਣ ਲਈ ਭਾਰਤ ਸਮੇਤ 6 ਦੇਸ਼ਾਂ ਨਾਲ ਸਮਝੌਤੇ ਦੀ ਤਿਆਰੀ ਕਰ ਰਿਹਾ ਹੈ। रूसी समाचार एजेंसी के अनुसार उप विदेश मंत्री येवगेनी इवानोव के हवाले नाल यह जानकारी दी गई है। इवानोव ने कहा कि भारत तो इलावा असी अंगोला, वियतनाम, इंडोनेशिया, सीरिया और फिलीपींस नाल भी अंतर सरकारी समझौतियां ते काम कर रहे हैं, जिसका मकसद उन्हां नाल वीजा प्रणाली नूं सरल बनाउणा है। इस तो पहला इवानोव ने कहा कि रूस, बहरीन, ओमान, सऊदी अरब, बहामास, बारबाडोस, हैती, जैम्बिया, कुवैत, मलेशिया, मैक्सीको, तिनिदाद ਅਤੇ ਟੈਬੋਗੋ ਸਮੇਤ 11 ਦੇਸ਼ਾਂ ਨਾਲ ਵੀਜ਼ਾ ਮੁਕਤ ਯਾਤਰਾ ਸਮਝੌਤਾ ਤੇ ਕੰਮ ਕਰ ਰਿਹਾ ਹੈ। ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ G20 ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਪਿਛਲੇ ਹਫ਼ਤੇ ਭਾਰਤ ਆਏ ਸਨ। ਮੀਟਿੰਗ ਵਿੱਚ ਲਾਵਰੋਵ ਨੇ G20 ਦੀ ਪ੍ਰਧਾਨਗੀ ਲਈ ਭਾਰਤ ਦੀ ਪ੍ਰਸ਼ੰਸਾ ਕੀਤੀ। ਉਹਨਾਂ ਨੇ ਵਿਸ਼ਵ ਏਜੰਡੇ ਦੇ ਮੁੱਖ ਮੁੱਦਿਆਂ ਤੇ ਭਾਰਤ ਨੂੰ ਬਹੁਤ ਜ਼ਿੰਮੇਵਾਰ ਅਤੇ ਇੱਕ ਮਹਾਨ ਸ਼ਕਤੀ ਦੇ ਯੋਗ ਦੱਸਿਆ। ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੀ ਤਾਰੀਫ ਕੀਤੀ। गुरुद्वारा साहिब बराड़शाह रोड वालों पहला विशाल नगर कीर्तन 26 मार्च दिन ऐतवार ਨੂੰ सजाया जा रहा है। इस संबंधी 13 मार्च तो समागम शुरू हो रहे हैं, जिस तहत 13 तो 25 मार्च तक रोजाना शाम 6 बजे तो 9 बजे तक आत्म रस कीर्तन होगा। 19 मार्च दिन ऐतवार सवेरे 10 बजे तो 2 बजे तक दीवान सजणगे। 25 मार्च दिन शनिवार ਨੂੰ सवेरे 10 बजे निशान साहिब ਦੀ सेवा होगी ਅਤੇ 26 मार्च दिन ऐतवार सवेरे 10 बजे नगर कीर्तन आरंभ होगा। देशा विदेशा तो कीर्तनी जत्थे, डाडी जत्थे, कविशर ਅਤੇ ਹੋਰ सिख धार्मिक आगू जिन्हां विचों भाई पिंदरपाल सिंह, भाई हरजिंदर सिंह श्रीनगर वाले, भाई सरबजीत सिंह हजूरी रागी श्री दरबार साहिब, भाई सतविंदर सिंह हजूरी रागी श्री दरबार साहिब, भाई हरमीत सिंह हजूरी रागी श्री दरबार साहिब, भाई सुखविंदर सिंह हजूरी रागी श्री दरबार साहिब ਅਤੇ डॉक्टर गगनदीप सिंह आदि विशेष तौर ਤੇ ਪਹੁੰਚਣਗੇ। इस नगर कीर्तन दौरान सुरक्षा के खास प्रबंध भी होंगे।
ਕੁਝ ਹਫ਼ਤੇ ਪਹਿਲਾਂ ਗੁਰੂ ਘਰ ਸਿੱਖ ਐਸੋਸੀਏਸ਼ਨ ਆਫ ਬਾਲਟਿਮੋਰ ਅਮਰੀਕਾ ਜੋ ਵਿਵਾਦਾਂ ਦਾ ਸ਼ਿਕਾਰ ਹੋ ਗਈ ਸੀ ਅਤੇ ਮਾਮਲਾ ਕੋਰਟ ਕਚਹਿਰੀ ਤੱਕ ਪਹੁੰਚ ਵੀ ਗਿਆ ਸੀ। ਦੋਵਾਂ ਧਿਰਾਂ ਵੱਲੋਂ ਅਦਾਲਤੀ ਚਾਰਾਜੋਈ ਸ਼ੁਰੂ ਕਰ ਦਿੱਤੀ ਗਈ ਸੀ। ਬੀਤੇ ਦਿਨ ਗੁਰੂ ਘਰ ਦੇ ਸ਼ਰਧਾਲੂ ਅਤੇ ਮੁਹੱਤਬਰ ਸੱਜਣਾਂ ਨੇ ਦੋਵਾਂ ਧਿਰਾਂ ਨਾਲ ਸੰਪਰਕ ਕਰਕੇ ਇੱਕ ਮੰਚ ਤੇ ਇਕੱਠੇ ਹੋਣ ਦੀ ਬੇਨਤੀ ਕੀਤੀ, ਜਿਸ ਨੂੰ ਦੋਵਾਂ ਧਿਰਾਂ ਨੇ ਨੁਮਾਇੰਦਿਆਂ ਨੇ ਕਬੂਲ ਕਰਦੇ ਹੋਏ ਸਾਰੇ ਮਸਲੇ ਆਪਸ ਵਿੱਚ ਮਿਲ ਬੈਠ ਕੇ ਹੱਲ ਕਰਨ ਲਈ ਆਪਣੀ ਪ੍ਰਵਾਨਗੀ ਦੇ ਦਿੱਤੀ। ਇਸ ਮੀਟਿੰਗ ਦੇ ਸਿੱਟੇ ਵਜੋਂ ਸਿੱਖ ਐਸੋਸੀਏਸ਼ਨ ਆਫ ਬਾਲਟਿਮੋਰ ਦੀ ਸੰਗਤ ਨੇ ਇੱਕ ਵਾਰ ਫਿਰ ਇਤਿਹਾਸ ਰਚਦਿਆਂ ਚੋਣਾਂ ਦਾ ਕਰਵਾਉਣ ਦਾ ਫੈਸਲਾ ਕਰਕੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਸਰਬਸੰਮਤੀ ਨਾਲ ਚੁਣ ਲਏ। ਸ੍ਰੀ ਅਕਾਲ ਪੁਰਖ ਦੀ ਮਿਹਰ ਨਾਲ ਦੋਵਾਂ ਪਾਰਟੀਆਂ ਦੇ ਨੇਤਾਵਾਂ ਨੇ ਮਿਲ ਬੈਠ ਕੇ ਪ੍ਰਬੰਧਕ ਕਮੇਟੀ ਨੂੰ ਅਮਲੀ ਰੂਪ ਦੇਣ ਦਾ ਸਿਫਤਯੋਗ ਕਾਰਜ ਮੁਕੰਮਲ ਕਰ ਲਿਆ ਅਤੇ ਇਸ ਮੌਕੇ ਤੇ ਹੋਈ ਸਰਬਸੰਮਤੀ ਚੋਣ ਵਿੱਚ ਭਾਈ ਗੁਰਪ੍ਰੀਤ ਸਿੰਘ ਸੰਨੀ ਨੂੰ ਗੁਰੂ ਘਰ ਦਾ ਪ੍ਰਧਾਨ ਅਤੇ ਭਾਈ ਚਰਨਜੀਤ ਸਿੰਘ ਸਰਪੰਚ ਨੂੰ ਬੋਰਡ ਚੇਅਰਮੈਨ ਬਣਾਇਆ ਗਿਆ ਹੈ। ਉਹਨਾਂ ਤੋਂ ਇਲਾਵਾ ਭਾਈ ਦਲਜੀਤ ਸਿੰਘ ਬੱਬੀ ਨੂੰ ਵਾਈਸ ਪ੍ਰਧਾਨ, ਭਾਈ ਹਰਭਜਨ ਸਿੰਘ ਨੂੰ ਸੈਕਟਰੀ, ਭਾਈ ਹਰਬੰਸ ਸਿੰਘ ਖਾਲਸਾ ਨੂੰ ਵਾਈਸ ਸੈਕਟਰੀ, ਬੀਬੀ ਰਮਿੰਦਰਜੀਤ ਕੌਰ ਨੂੰ ਖਜ਼ਾਨਚੀ, ਬੀਬੀ ਰਣਬੀਰ ਕੌਰ ਨੂੰ ਵਾਈਸ ਖਜ਼ਾਨਚੀ, ਭਾਈ ਗੁਰਚਰਨ ਸਿੰਘ ਨੂੰ ਪੀਆਰਓ, ਬੀਬੀ ਹਰਪ੍ਰੀਤ ਕੌਰ ਵਾਈਸ ਪੀਆਰਓ ਅਤੇ ਭਾਈ ਗੁਰਵਿੰਦਰ ਸਿੰਘ ਖਾਲਸਾ ਨੂੰ ਬੋਰਡ ਦਾ ਵਾਈਸ ਚੇਅਰਮੈਨ ਚੁਣਿਆ ਗਿਆ ਹੈ। ਅਮਰੀਕਾ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇੱਥੇ ਭਾਰਤ ਦੇ ਦੋ ਆਂਧਰਾ ਪ੍ਰਦੇਸ਼ ਦੇ ਅਨਾਮੀਆ ਜ਼ਿਲ੍ਹੇ ਦੇ ਇੱਕ 39 ਸਾਲਾ ਵਿਅਕਤੀ ਦੀ ਨਿਊ ਜਰਸੀ ਵਿੱਚ ਇੱਕ ਇੰਟਰਸਿਟੀ ਰੇਲ ਗੱਡੀ ਦੀ ਲਪੇਟ ਵਿੱਚ ਆਉਣ ਕਾਰਨ ਮੌਤ ਹੋ ਗਈ। ਇਸ ਮਗਰੋਂ ਨਿਊਯਾਰਕ ਅਤੇ ਫਿਲਾਡੇਲਫੀਆ ਵਿਚਕਾਰ ਰੇਲ ਸੇਵਾਵਾਂ ਕੁਝ ਸਮੇਂ ਲਈ ਮੁਅੱਤਲ ਕਰ ਦਿੱਤੀਆਂ ਗਈਆਂ। ਪਿਛਲੇ ਹਫ਼ਤੇ ਪ੍ਰਿੰਸਟਨ ਜੰਕਸ਼ਨ ਸਟੇਸ਼ਨ ਤੇ ਵਾਪਰੀ ਇਸ ਘਟਨਾ 'ਚ ਨਿਊ ਜਰਸੀ ਦੇ ਪਲੇਨਸਬੋਰੋ ਨਿਵਾਸੀ ਸ਼੍ਰੀਕਾਂਤ ਡਿਗਾਲਾ ਦੀ ਮੌਤ ਹੋ ਗਈ ਸੀ। ਐਮਟ੍ਰੈਕ ਦੇ ਬੁਲਾਰੇ ਨੇ ਡੇਲੀ ਵਾਇਸ ਨੂੰ ਦੱਸਿਆ ਕਿ ਐਮਟ੍ਰੈਕ ਟ੍ਰੇਨ 178 ਵਾਸ਼ਿੰਗਟਨ ਡੀਸੀ ਤੋਂ ਬੋਸਟਨ ਜਾ ਰਹੀ ਸੀ ਜਦੋਂ ਪੀੜਤ ਨੂੰ ਪ੍ਰਿੰਸਟਨ ਜੰਕਸ਼ਨ ਦੇ ਪੂਰਬ ਵੱਲ ਟੱਕਰ ਮਾਰ ਦਿੱਤੀ ਗਈ। ਹਾਲਾਂਕਿ ਰੇਲ ਗੱਡੀ ਵਿੱਚ ਸਵਾਰ ਯਾਤਰੀਆਂ ਜਾਂ ਚਾਲਕ ਦਲ ਦੇ ਕਿਸੇ ਵੀ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ। ਐਮਟ੍ਰੈਕ ਨੇ ਕਿਹਾ ਕਿ ਉਸ ਘਟਨਾ ਦੀ ਜਾਂਚ ਕਰਨ ਲਈ ਪਲੇਨਸਬੋਰੋ ਪੁਲਿਸ ਨਾਲ ਕੰਮ ਕਰ ਰਿਹਾ ਹੈ। ਕੈਨੇਡਾ ਤੋਂ ਸ੍ਰੀ ਅਨੰਦਪੁਰ ਸਾਹਿਬ ਹੋਲੇ ਮਹੱਲੇ ਤੇ ਗਏ 24 ਸਾਲ ਗੁਰਸਿੱਖ ਨੌਜਵਾਨ ਦੀ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਕਿਰਚਾ ਮਾਰ ਕੇ ਕਤਲ ਕਰਨ ਦਾ ਖੌਫਨਾਕ ਘਟਨਾ ਸਾਹਮਣੇ ਆ ਰਹੀ ਹੈ। ਇਸ ਕਤਲ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਘੁੰਮ ਰਹੀਆਂ ਹਨ। ਪ੍ਰਦੀਪ ਸਿੰਘ ਕੈਨੇਡਾ ਦੀ ਗ੍ਰੀਨ ਕਾਰਡ ਹੋਲਡਰ ਸੀ ਅਤੇ ਪੰਜਾਬ ਆਪਣੇ ਮਾਪਿਓ ਅਤੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਗਿਆ ਹੋਇਆ ਸੀ। ਉਹ ਕੈਨੇਡਾ 'ਚ ਪੱਕਾ ਹੋਣ ਤੋਂ ਬਾਅਦ ਪਹਿਲੀ ਵਾਰ ਪੰਜਾਬ ਗਿਆ ਸੀ। ਉਹ ਹੋਲੇ ਮੁਹੱਲੇ ਦੇ ਚੜ੍ਹਦੀ ਕਲਾ ਦੇਖਣ ਲਈ ਵਿਸ਼ੇਸ਼ ਤੌਰ ਤੇ ਪਹੁੰਚਿਆ ਸੀ। ਮਿਲੀ ਜਾਣਕਾਰੀ ਮੁਤਾਬਕ ਪ੍ਰਦੀਪ ਸਿੰਘ ਨੇ ਦੇਖਿਆ ਕਿ ਹੋਲੇ ਮੁਹੱਲੇ ਦੇ ਪਵਿੱਤਰ ਮੌਕੇ ਤੇ ਕੁਝ ਗੱਡੀਆਂ ਤੇ ਪੰਜਾਬੀ ਗਾਣੇ ਉੱਚੀ-ਉੱਚੀ ਲੱਗੇ ਹੋਏ ਸਨ, ਜਿਸ ਨੂੰ ਪ੍ਰਦੀਪ ਸਿੰਘ ਨੇ ਰੋਕਣ ਦੀ ਕੋਸ਼ਿਸ਼ ਕੀਤੀ, ਜਿਸ ਤੇ ਨੌਜਵਾਨਾਂ ਨੇ ਉਸ ਤੇ ਕਿਰਚਾ ਨਾਲ ਹਮਲਾ ਕਰ ਦਿੱਤਾ ਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਹਮਲਾ ਕਰਨ ਵਾਲੇ ਨੌਜਵਾਨ ਹਮਲੇ ਦੌਰਾਨ ਇਸ ਦੀ ਵੀਡੀਓ ਵੀ ਬਣਾਉਂਦੇ ਰਹੇ ਅਤੇ ਉਸ ਨੂੰ ਠੁੱਡੇ ਵੀ ਮਾਰਦੇ ਰਹੇ। ਇਸ ਦੌਰਾਨ ਉਸ ਨੂੰ ਛਡਾਉਣ ਲਈ ਕੋਈ ਵੀ ਅੱਗੇ ਨਹੀਂ ਆਇਆ। ਪ੍ਰਦੀਪ ਸਿੰਘ ਦੇ ਪਰਿਵਾਰ ਦਾ ਰੋ ਕੇ ਬੁਰਾ ਹਾਲ ਹੈ। ਪੁਲਿਸ ਮੁਤਾਬਿਕ ਹਾਲੇ ਤੱਕ ਹਮਲਾਵਰਾਂ ਦੀ ਪਛਾਣ ਨਹੀਂ ਹੋ ਸਕੀ। ਪ੍ਰਦੀਪ ਸਿੰਘ ਆਪਣੇ ਮਾਂ-ਬਾਪ ਦਾ ਇਕਲੌਤਾ ਪੁੱਤਰ ਸੀ ਅਤੇ ਇਸ ਦੀ ਭੈਣ ਕੈਨੇਡਾ ਵਿੱਚ ਰਹਿ ਰਹੀ ਹੈ। ਇਸ ਦਾ ਪਰਿਵਾਰ ਹਾਲੇ ਹੀ ਇਨ੍ਹਾਂ ਦੀ ਜੱਦੀ ਪਿੰਡ ਗਾਜ਼ੀਕੋਟ ਜ਼ਿਲ੍ਹਾ ਗੁਰਦਾਸਪੁਰ ਰਹਿੰਦਾ ਹੈ। ਉਧਰ ਪ੍ਰਦੀਪ ਸਿੰਘ ਦੇ ਕਾਤਲਾਂ ਦੇ ਫੜੇ ਜਾਣ ਤੱਕ ਪ੍ਰਦੀਪ ਸਿੰਘ ਦੇ ਸੰਸਕਾਰ ਤੋਂ ਪਰਿਵਾਰ ਨੇ ਮਨਾ ਕਰ ਦਿੱਤਾ। ਪ੍ਰਦੀਪ ਸਿੰਘ ਸਰੀ ਕੈਨੇਡਾ ਵਿੱਚ ਵੀ ਕਾਫੀ ਪੰਥਕ ਮੋਰਚਿਆਂ ਵਿੱਚ ਹਿੱਸਾ ਲੈਂਦਾ ਰਿਹਾ ਹੈ। ਪ੍ਰਦੀਪ ਸਿੰਘ ਸਿੱਖੀ ਨਾਲ ਜੁੜਿਆ ਹੋਇਆ ਸੀ। ਸ੍ਰੀ ਅਨੰਦਪੁਰ ਸਾਹਿਬ ਮੇਲੇ ਦਾ ਉਸ ਨੂੰ ਬੜਾ ਚਾਅ ਸੀ। ਹੋਲਾ ਮਹੱਲਾ ਦੇਖਣ ਜਾਣ ਸਮੇਂ ਉਸਨੇ ਸਿੱਖੀ ਬਾਣਾ ਪਾਇਆ ਹੋਇਆ ਸੀ। ਖਾਲਸੇ ਦੇ ਧਰਤੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਈ ਇਸ ਘਟਨਾ ਦੀ ਹਰ ਪਾਸਿਓਂ ਨਿਖੇਧੀ ਕੀਤੀ ਜਾ ਰਹੀ ਹੈ। ਸਰੀ ਤੋਂ ਆਪਣੇ ਪਿਤਾ ਦੇ ਅਸਥ ਪਾਉਣ ਪੰਜਾਬ ਜਾ ਰਹੇ 53 ਸਾਲਾ ਸਥਾਨਕ ਐਥਲੀਟ ਸਰਦਾਰ ਦਰਬਾਰਾ ਸਿੰਘ ਘੁੰਮਣ ਜਹਾਜ਼ ਵਿੱਚ ਹੀ ਦਿਲ ਬੰਦ ਹੋਣ ਕਾਰਨ ਚੜ੍ਹਾਈ ਕਰ ਗਏ ਸਨ। ਮਿਲੀ ਜਾਣਕਾਰੀ ਮੁਤਾਬਿਕ ਜਹਾਜ਼ ਦਿੱਲੀ ਉਤਰਨ ਵਿੱਚ ਪੌਣਾ ਕੁ ਘੰਟਾ ਰਹਿੰਦਾ ਸੀ ਕਿ ਇਹ ਭਾਣਾ ਵਾਪਰ ਗਿਆ ਅਤੇ ਕੁਝ ਹੀ ਪਲਾਂ ਦੇ ਵਿੱਚ ਉਹ ਸਦੀਵੀ ਵਿਛੋੜਾ ਦੇ ਗਏ। ਸਰਦਾਰ ਘੁੰਮਣ ਪੰਜਾਬ ਤੋਂ ਪਿੰਡ ਮਾਨਕਾ ਫਗਵਾੜਾ ਨਾਲ ਸੰਬੰਧਿਤ ਸਨ। ਉਹ ਸਰੀ ਵਿਖੇ ਲੰਬੇ ਸਮੇਂ ਤੋਂ ਰਹਿ ਰਹੇ ਸਨ ਅਤੇ ਇੱਕ ਨਾਮਵਰ ਐਥਲੀਟ ਵਜੋਂ ਜਾਣੇ ਜਾਂਦੇ ਸਨ। 53 ਸਾਲਾਂ ਦੀ ਉਮਰ ਵਿੱਚ ਉਹ ਬਹੁਤ ਹੀ ਫਿੱਟ ਸਨ ਅਤੇ ਉਹ ਮੈਰਾਥਨ ਦੌੜਾਂ, ਤੈਰਾਕੀ ਅਤੇ ਸਾਈਕਲ ਮੁਕਾਬਲਿਆਂ ਵਿੱਚ ਅਕਸਰ ਹਿੱਸਾ ਲੈਂਦੇ ਰਹਿੰਦੇ ਸਨ। ਇਸ ਦੇ ਨਾਲ-ਨਾਲ ਉਹਨਾਂ ਦੀ ਹੋਰ ਵੀ ਬਹੁਤ ਸਾਰੀਆਂ ਖੇਡਾਂ ਵਿੱਚ ਰੁਚੀ ਰਹੀ। ਜਿੱਥੇ ਉਹ ਆਪ ਵੀ ਖੇਡਾਂ 'ਚ ਹਿੱਸਾ ਲੈਂਦੇ ਰਹੇ, ਉੱਥੇ ਬੱਚਿਆਂ ਨੂੰ ਵੀ ਖੇਡਾਂ ਲਈ ਉਤਸ਼ਾਹਿਤ ਕਰਨ ਲਈ ਯੋਗਦਾਨ ਪਾਉਂਦੇ ਰਹਿੰਦੇ ਹਨ। ਜਹਾਜ਼ ਵਿੱਚ ਉਹਨਾਂ ਦੇ ਮਾਤਾ ਜੀ ਵੀ ਉਹਨਾਂ ਦੇ ਨਾਲ ਸਨ। ਉਹਨਾਂ ਦਾ ਅਕਾਲ ਚਲਾਣਾ ਘੁੰਮਣ ਪਰਿਵਾਰ ਦੇ ਨਾਲ-ਨਾਲ ਸਮੁੱਚੇ ਭਾਈਚਾਰੇ ਲਈ ਇੱਕ ਵੱਡਾ ਘਾਟਾ ਹੈ। ਖਾਲਸਾ ਪੰਥ ਦੀ ਪਾਵਨ ਧਰਤੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਕੌਮੀ ਤਿਉਹਾਰ ਹੋਲਾ ਮਹੱਲਾ ਦੌਰਾਨ ਸੋਮਵਾਰ ਦੀ ਰਾਤ ਗੁਰਦਾਸਪੁਰ ਜ਼ਿਲ੍ਹੇ ਨਾਲ ਸੰਬੰਧਿਤ
ਕੈਨੇਡਾ ਦੇ ਪੱਕੇ ਵਾਸੀ ਸਿੱਖ ਨੌਜਵਾਨ ਪ੍ਰਦੀਪ ਸਿੰਘ ਪੁੱਤਰ ਗੁਰਬਖਸ਼ ਸਿੰਘ ਦਾ ਇੱਕ ਨੂਰਪੁਰ ਬੇਦੀ ਦੇ ਨੌਜਵਾਨ ਵੱਲੋਂ ਪਿੰਡ ਬੱਡਲ ਲਾਗੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਪੁਲਿਸ ਵੱਲੋਂ ਕਿਸੇ ਗੈਂਗਵਾਰ ਦੀ ਹੋਰ ਸੰਭਾਵੀ ਵਾਰਦਾਤ ਨੂੰ ਭਾਂਪਦਿਆਂ ਸਮੂਚਾ ਹੋਲਾ ਮਹੱਲਾ ਖੇਤਰ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਹੋਲੇ ਮਹੱਲੇ ਦੌਰਾਨ ਕਤਲ ਕੀਤੇ ਗਏ ਪ੍ਰਦੀਪ ਸਿੰਘ ਬਿਨਾਂ ਸਾਇਲੈਂਸਰਾਂ ਤੋਂ ਘੁੰਮ ਰਹੇ ਮੋਟਰਸਾਈਕਲਾਂ ਅਤੇ ਵੱਡੇ ਸਪੀਕਰ ਲਗਾ ਕੇ ਰੇਸਾਂ ਲਗਾ ਰਹੇ ਟਰੈਕਟਰਾਂ ਵਾਲਿਆਂ ਨੂੰ ਅਜਿਹੀ ਹੁੱਲੜਬਾਜ਼ੀ ਕਰਨ ਤੋਂ ਰੋਕ ਰਹੇ ਸਨ। ਇਸ ਦੌਰਾਨ ਕੁਝ ਨੌਜਵਾਨਾਂ ਦੀ ਪ੍ਰਦੀਪ ਸਿੰਘ ਨਾਲ ਬਹਿਸ ਹੋ ਗਈ ਅਤੇ ਲੜਾਈ ਝਗੜਾ ਸ਼ੁਰੂ ਹੋ ਗਿਆ, ਜਿਸ ਵਿੱਚ ਪ੍ਰਦੀਪ ਸਿੰਘ ਦੀ ਕੋਈ ਨੁਕੀਲੀ ਚੀਜ਼ ਵੱਜਣ ਨਾਲ ਮੌਤ ਹੋ ਗਈ। ਭਾਰਤੀ ਅਮਰੀਕੀ ਵਕੀਲ ਅਰੁਣ ਸੁਬਰਾਮਨੀਅਮ ਨੂੰ ਰਾਸ਼ਟਰਪਤੀ ਜੋ ਬਾਈਡਨ ਨੇ ਨਿਊਯਾਰਕ ਦੇ ਜ਼ਿਲ੍ਹਾ ਜੱਜ ਵਜੋਂ ਨਾਮਜ਼ਦ ਕੀਤਾ ਹੈ। ਵਕੀਲ ਅਰੁਣ ਸੁਬਰਾਮਨੀਅਮ ਨਿਊਯਾਰਕ ਦੇ ਦੱਖਣੀ ਜ਼ਿਲ੍ਹਾ ਲਈ ਅਦਾਲਤ ਵਿੱਚ ਸੇਵਾ ਕਰਨ ਵਾਲੇ ਪਹਿਲੇ ਦੱਖਣੀ ਏਸ਼ੀਆਈ ਜੱਜ ਹੋਣਗੇ। ਸੈਨੇਟ ਦੇ ਨਿਆਂਪਾਲਿਕਾ ਕਮੇਟੀ ਨੇ ਦੱਸਿਆ ਕਿ ਉਹ ਬੈਚ ਦੇ ਸੇਵਾ ਕਰਨ ਵਾਲੇ ਪਹਿਲੇ ਦੱਖਣੀ ਏਸ਼ੀਆਈ ਜੱਜ ਵੀ ਹਨ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਯੂਐਸ ਸੈਨੇਟ ਦੇ ਰਾਸ਼ਟਰਪਤੀ ਜੋ ਬਾਈਡਨ ਦੁਆਰਾ 3 ਨਿਆਇਕ ਨਾਮਜ਼ਦ ਵਿਅਕਤੀਆਂ ਦੇ ਦਸਤਖਤ ਕੀਤੇ ਗਏ ਸਨ। ਪੱਛਮੀ ਲੰਡਨ ਵਿੱਚ 2 ਕਿਸ਼ੋਰਾਂ ਵੱਲੋਂ ਗਲਤੀ ਨਾਲ ਇੱਕ 16 ਸਾਲ ਸਿੱਖ ਲੜਕੇ ਦੀ ਬੇਰਹਿਮੀ ਨਾਲ ਹੱਤਿਆ ਕਰਨ ਦੀ ਦੋਸ਼ੀ ਪਾਇਆ ਗਿਆ ਹੈ। ਦੋਵਾਂ ਨੇ ਸਿੱਖ ਲੜਕੇ ਨੂੰ ਇੱਕ ਵਿਰੋਧੀ ਗਿਰੋਹ ਨਾਲ ਸੰਬੰਧਿਤ ਸਮਝਿਆ ਸੀ, ਜਿਸ ਤੋਂ ਬਾਅਦ ਉਹਨਾਂ ਨੇ ਨੌਜਵਾਨ ਦਾ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਰਸ਼ਮੀਤ ਸਿੰਘ ਵਜੋਂ ਹੋਈ ਹੈ। ਨਾਲ ਹੀ ਦੋਸ਼ੀ ਦੀ ਪਛਾਣ 18 ਸਾਲ ਵੰਸ਼ੂਆਨ ਬਾਲਾਕ੍ਰਿਸ਼ਨਨ ਵਾਸੀ ਲਿੰਗਡਨ ਅਤੇ ਇਲਿਆਸ ਸੁਲੇਮਾਨ ਵਜੋਂ ਹੋਈ ਹੈ। ਦੋਵਾਂ ਨੂੰ ਓਲਡ ਬੇਲੀ ਵਿਖੇ ਮੁਕਦਮੇ ਤੋਂ ਬਾਅਦ ਰਸ਼ਮੀਤ ਸਿੰਘ ਦੀ ਹੱਤਿਆ ਦਾ ਦੋਸ਼ੀ ਪਾਇਆ ਗਿਆ। ਜਾਣਕਾਰੀ ਅਨੁਸਾਰ ਰਸ਼ਮੀਤ ਸਿੰਘ ਅਫਗਾਨਿਸਤਾਨ ਤੋਂ ਸ਼ਰਨ ਮੰਗਣ ਲਈ ਅਕਤੂਬਰ 2019 ਵਿੱਚ ਆਪਣੀ ਮਾਂ ਅਤੇ ਦਾਦੀ ਨਾਲ ਯੂਕੇ ਆਇਆ ਸੀ। ਰਸ਼ਮੀਤ ਨੂੰ ਗਲਤੀ ਨਾਲ ਵਿਰੋਧੀ ਗਿਰੋਹ ਨਾਲ ਸੰਬੰਧਿਤ ਰੱਖਣ ਵਾਲਾ ਸਮਝ ਕੇ ਨਿਸ਼ਾਨਾ ਬਣਾਇਆ ਗਿਆ ਅਤੇ ਉਸ ਤੇ 15 ਵਾਰ ਚਾਕੂ ਨਾਲ ਹਮਲਾ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਇਸ ਸੰਬੰਧੀ ਮ੍ਰਿਤਕ ਦੀ ਮਾਂ ਨੇ ਕਿਹਾ ਕਿ ਮੈਂ ਆਪਣਾ ਪਤੀ ਪਹਿਲਾਂ ਹੀ ਗਵਾ ਚੁੱਕੀ ਸੀ ਅਤੇ ਹੁਣ ਮੈਂ ਆਪਣੇ ਇਕਲੌਤੇ ਪੁੱਤਰ ਨੂੰ ਗਵਾ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਰਸ਼ਮੀਤ ਦੇ ਕਾਤਲਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ, ਪਰ ਇਹ ਸਜ਼ਾ ਉਹਨਾਂ ਲਈ ਕਰਦੇ ਵੀ ਕਾਫੀ ਨਹੀਂ ਹੋਵੇਗੀ। ਮੈਟਰੋਪੋਲੀਟਨ ਪੁਲਿਸ ਵੱਲੋਂ ਜਾਰੀ ਬਿਆਨ ਅਨੁਸਾਰ 24 ਨਵੰਬਰ 2021 ਦੀ ਰਾਤ ਨੂੰ ਰਸ਼ਮੀਤ ਘਰ ਜਾ ਰਿਹਾ ਸੀ ਤਾਂ ਉਸ ਨੇ 2 ਅਣਪਛਾਤੇ ਵਿਅਕਤੀਆਂ ਨੂੰ ਦੇਖਿਆ। ਉਹ ਸਾਊਥ ਹਾਲ ਵਿੱਚ ਰੇਲੇ ਰੋਡ ਵੱਲ ਭੱਜਿਆ, ਜਿੱਥੇ ਉਹ ਠੋਕਰ ਖਾ ਕੇ ਡਿੱਗ ਪਿਆ। ਉਸਦੇ ਇੱਕ ਪੈਰੋਕਾਰ ਨੇ ਉਸਦੀ ਪਿੱਠ ਵਿੱਚ ਘੱਟੋ-ਘੱਟ 5 ਵਾਰ ਚਾਕੂ ਮਾਰਿਆ ਅਤੇ ਇੱਕ ਹੋਰ ਨੇ ਉਸ ਨੂੰ ਘੱਟੋ-ਘੱਟ 10 ਵਾਰ ਚਾਕੂ ਮਾਰਿਆ। ਇਸ ਮਗਰੋਂ ਹਮਲਾਵਰ ਉਸ ਨੂੰ ਖੂਨ ਨਾਲ ਲੱਥਪੱਥ ਅਤੇ ਜ਼ਖਮੀ ਸਰੀਰ ਨੂੰ ਜ਼ਮੀਨ ਤੇ ਛੱਡ ਕੇ ਭੱਜ ਗਏ। ਇਹ ਪੂਰਾ ਹਮਲਾ 27 ਸੈਕਿੰਡ ਤੱਕ ਚੱਲਿਆ। ਪੁਲਿਸ ਅਧਿਕਾਰੀ ਅਤੇ ਲੰਡਨ ਐਂਬੂਲੈਂਸ ਸੇਵਾ ਜਨਤਾ ਦੇ ਇੱਕ ਮੈਂਬਰ ਤੋਂ 999 ਕਾਲ ਪ੍ਰਾਪਤ ਕਰਨ ਤੋਂ ਬਾਅਦ ਘਟਨਾ ਵਾਲੀ ਥਾਂ ਤੇ ਪਹੁੰਚੇ, ਪਰ ਇਸ ਤੋਂ ਪਹਿਲਾਂ ਹੀ ਰਸ਼ਮੀਤ ਦੇ ਮੌਕੇ ਤੇ ਮੌਤ ਹੋ ਗਈ ਸੀ। ਮਾਮਲਾ ਸੰਬੰਧੀ ਦੋਸ਼ੀਆਂ ਤੋਂ ਪੁੱਛਗਿੱਛ ਵਿੱਚ ਸਾਹਮਣੇ ਆਇਆ ਕਿ ਬਾਲਾਕ੍ਰਿਸ਼ਨਨ ਅਤੇ ਸੁਲੇਮਾਨ ਨੇ ਆਪਣੀ ਬਾਈਕ ਪੁਲ ਦੇ ਕੋਲ ਸੁੱਟ ਦਿੱਤੀ ਅਤੇ ਪੈਦਲ ਰਸ਼ਮੀਤ ਦਾ ਪਿੱਛਾ ਕੀਤਾ। ਪਹਿਲਾਂ ਬਾਲਾਕ੍ਰਿਸ਼ਨਨ ਨੇ ਉਸ ਦੇ ਉੱਤੇ, ਫਿਰ ਸੁਲੇਮਾਨ ਨੇ ਉਸ ਤੇ ਹਮਲਾ ਕੀਤਾ। ਦੋਵੇਂ ਦੋਸ਼ੀ ਦੀ ਘਟਨਾ ਸਥਾਨ ਤੋਂ ਭੱਜਦੇ ਹੋਏ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਹੈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਬੁੱਧਵਾਰ ਨੂੰ ਕਿਹਾ ਕਿ ਇਸ ਹਫ਼ਤੇ ਭਾਰਤ ਦੀ ਯਾਤਰਾ ਤੋਂ ਬਾਅਦ ਉਹਨਾਂ ਦੀ ਯੋਜਨਾ ਸੰਯੁਕਤ ਰਾਜ ਦੇ ਰਾਸ਼ਟਰਪਤੀ ਜੋ ਬਾਈਡਨ ਨਾਲ ਮੁਲਾਕਾਤ ਕਰਨ ਦੀ ਹੈ। ਇਸ ਮੁਲਾਕਾਤ ਦੌਰਾਨ ਦੋਵੇਂ ਨੇਤਾ ਪਰਮਾਣੂ ਪਣਡੁੱਬੀਆਂ ਬਣਾਉਣ ਦੀ ਆਸਟ੍ਰੇਲੀਆ ਦੀ ਯੋਜਨਾ ਬਾਰੇ ਕੋਈ ਐਲਾਨ ਕਰ ਸਕਦੇ ਹਨ। ਅਲਬਾਨੀਜ਼ ਨੇ ਅਮਰੀਕਾ ਯਾਤਰਾ ਦੇ ਕੁਝ ਵੇਰਵੇ ਦਿੰਦੇ ਹੋਏ ਕਿਹਾ ਕਿ ਪ੍ਰਬੰਧਾਂ ਬਾਰੇ ਹੋਰ ਘੋਸ਼ਣਾਵਾਂ ਹੋਣਗੀਆਂ। ਅਲਬਾਨੀਜ਼ ਸ਼ਨੀਵਾਰ ਤੱਕ ਭਾਰਤ ਦੌਰੇ ਤੇ ਹਨ। ਕੁਝ ਮੀਡੀਆ ਨੇ ਅੰਦਾਜ਼ਾ ਲਗਾਇਆ ਹੈ ਕਿ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਅਮਰੀਕਾ ਵਿੱਚ ਬਾਈਡਨ ਅਤੇ ਅਲਬਾਨੀਜ਼ ਨਾਲ 3 ਦੇਸ਼ਾਂ ਦੇ ਸਮਝੌਤੇ ਬਾਰੇ ਇੱਕ ਸਾਂਝੀ ਘੋਸ਼ਣਾ ਕਰਨ ਲਈ ਸ਼ਾਮਲ ਹੋ ਸਕਦੇ ਹਨ, ਜੋ ਕਿ ਆਸਟ੍ਰੇਲੀਆ ਨੂੰ ਯੂਐਸ ਟੈਕਨੋਲੋਜੀ ਦੁਆਰਾ ਸੰਚਾਲਿਤ ਪਰਮਾਣੂ ਪਣਡੁੱਬੀਆਂ ਦੇ ਇੱਕ ਬੇੜੇ ਦਾ ਨਿਰਮਾਣ ਕਰਦੇ ਹੋਏ ਦੇਖਣਗੇ। ਅਲਬਾਨੀਜ਼ ਨੇ ਸੁਨਕ ਦੀ ਅਮਰੀਕਾ ਯਾਤਰਾ ਬਾਰੇ ਕੋਈ ਠੋਸ ਜਾਣਕਾਰੀ ਨਹੀਂ ਦਿੱਤੀ। ਅਲਬਾਨੀਜ਼ ਨੇ ਭਾਰਤ ਲਈ ਆਪਣੇ ਜਹਾਜ਼ ਤੇ ਸਵਾਰ ਹੋਣ ਤੋਂ ਪਹਿਲਾਂ ਪਰਥ ਹਵਾਈ ਅੱਡੇ ਤੇ ਪੱਤਰਕਾਰਾਂ ਨਾਲ ਇਹ ਟਿੱਪਣੀਆਂ ਸਾਂਝੀਆਂ ਕੀਤੀਆਂ। ਮੱਧ ਪੂਰਬੀ ਏਸ਼ੀਆਈ ਦੇਸ਼ ਯਮਨ ਤੇ ਉੱਤਰੀ ਪੱਛਮੀ ਤੱਟ ਦੇ ਲਾਲ ਸਾਗਰ 'ਚ ਇੱਕ ਕਿਸ਼ਤੀ ਪਲਟਣ ਕਾਰਨ 21 ਲੋਕਾਂ ਦੀ ਮੌਤ ਹੋ ਗਈ। ਸਥਾਨਕ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ। ਜ਼ਿਲ੍ਹਾ ਪ੍ਰੀਸ਼ਦ ਦੇ ਅਧਿਕਾਰੀ ਅਕਰਮ ਅਲ ਅਹਦਲ ਨੇ ਦੱਸਿਆ ਕਿ ਇਹ ਹਾਦਸਾ ਹੋਦੀਦਾ ਬੰਦਰਗਾਹ ਸ਼ਹਿਰ ਦੇ ਉੱਤਰੀ ਹਿੱਸੇ ਵਿੱਚ ਉਲੇਯਾ ਜ਼ਿਲ੍ਹੇ ਨੇੜੇ ਮੰਗਲਵਾਰ ਦੁਪਹਿਰ ਨੂੰ ਵਾਪਰਿਆ। ਉਹਨਾਂ ਨੇ ਦੱਸਿਆ ਕਿ ਕਿਸ਼ਤੀ ਵਿੱਚ 27 ਯਾਤਰੀ ਸਵਾਰ ਸਨ। ਉਸਨੇ ਦੱਸਿਆ ਕਿ ਇਹ ਸਾਰੇ ਸਥਾਨਕ ਪਿੰਡ ਵਾਸੀ ਯਮਨ ਦੇ ਵੱਡੇ ਟਾਪੂ ਅਲੂਹਈਆ ਦੇ ਕਾਮਰਾਨ ਟਾਪੂ ਦੇ ਕਿਸੇ ਰਿਸ਼ਤੇਦਾਰ ਦੇ ਵਿਆਹ ਸਮਾਗਮ 'ਚ ਸ਼ਾਮਲ ਹੋਣ ਲਈ ਜਾ ਰਹੇ ਸਨ।
उन्होंने भी दस्सिया कि मरण वालियां विच 12 औरतां 7 बच्चे ਅਤੇ 2 पुरुष शामिल ਹਨ। उसने अगे ਇਹ दस्सिया कि हादसे विच बचे 6 लोगों ਨੂੰ ਮੁੱਢਲੀ सहायता ਲਈ ਹੋਡੇ ਦਾ शहर ਦੇ अल थबरा हस्पताल विच लिजाया गया। उन्होंने कहा कि तेज हवा कारण हादसा वापर गया। कामरान टापू ਅਤੇ ਹੋਦੀ ਦਾ ਦੀ ਬੰਦਰਗਾਹ अक्तूबर 2014 ਤੋਂ ਹੂਤੀ ਬਾਗੀਆਂ ਦੇ ਕੰਟਰੋਲ ਹੇਠ ਹੈ। इटली विच एयरफोर्स के 2 प्लेन हवा विच टकरा गए ते जमीन ते आ डिगे। इस नाल 2 पायलटां दी मौके ते मौत हो गई। हादसा अभ्यास दौरान होया। दोवें हल्के जहाज U-208 सन। दोवें U-208 जहाज जिहड़े ने रोम तो उत्तरी पूर्व विच लगभग 25 किलोमीटर की दूरी ते स्थित गाइडोनिया फौज हवाई अड्डे कोल टकराउण नाल दुर्घटनाग्रस्त हो गए। हवा नाल जमीन ते आए जहाज विच दोवें पायलटां दी मौत हो गई। हालांकि जहाज जिथे डिग्गिया उत्थे किसी नूं कोई नुकसान नहीं पहुंचा। एक समाचार के अनुसार एक जहाज मैदान में उतरिया ते दूजा खड़ी कार ते डिग पिया। हादसे तो बाद प्रीमियर जॉर्जिया मेलोनी ने पायलटां दे परिवारां ते सहयोगियों प्रति हमदर्दी प्रकट की। कीर्तियां दे मसीहा श्री गुरु रविदास जी का 646वां गुरुपुरब गुरु रविदास टैंपल फ्रिजनो कैलिफोर्निया विखे श्रद्धा भावना नाल मनाया गया, जिथे श्री अखंड पाठ साहिब के भोग उपरांत गुरमीत दीवान सजाए गए, जिस विच गुरु रविदास जी के क्रांतिकारी जीवन नूं याद करदिआं रूहानी गुरमती विचारां होईआं ते गुरुआं दे दर्शाए मार्ग ते चलण दी प्रेरणा दित्ती गई। गुरु घर की कमेटी वालों समूह बुलारियां और संगतां दा धन्नवाद किया गया। गुरपुरब के समागमां दौरान गुरु घर के लंगर अतूट वरते और इलाके भर दो संगतां ने रल मिल के जिथे हाजरियां भरदे हुए समागमां दे नाल नाल निशान साहिब के चोले की सेवा की, उत्थे सरबत के भले की अरदास भी की गई। समूचे सुचजे प्रबंधां गुरु रविदास जी के गुरपुरब नूं मनाउण अते सांझी वालता का संदेश देने लई समूह प्रबंधक बधाई के पात्र हैं। पाकिस्तान के बलोचिस्तान सूबे च गैस लीक होने कारण हुए धमाके च एक औरत के 2 नाबालग कुड़ियां समेत घट्टो घट्ट 7 लोगों की मौत हो गई। पुलिस ने मंगलवार को यह जानकारी दी है। पुलिस ने दस्सिया कि घटना सोमवार रात सीरी कला खेतर विच गैस लीक होने कारण हुए धमाके कारण मिट्टी की कंध वाले कमरे ते डिग जाण तो बाद वापरी। पुलिस अधिकारी ने दस्सिया कि जदों परिवार का एक मैंबर रात को हीटर चालू करन लई उठिया तां गैस लीक होने कारण धमाका हो गया। उन्होंने कहा कि परिवार का मुखी उसकी पत्नी 2 नाबालिग कुड़ियां और 3 पुत्र धमाके विच मारे गए। पुलिस ने यह भी दस्सिया कि परिवार के 4 होर मैंबर जो कि होर कमरे दे विच सो रहे सन जख्मी हो गए और उन्होंने अस्पताल दे विच भर्ती करवाया गया। इजराइल ने मंगलवार देर रात और तड़के लड़ाकू जहाज़ों नाल सीरिया के अलोपे हवाई अड्डे ते हमला कर दिता। इन्हां हमलिਆਂ विच 3 लोगों की मौत हो गई सी। सीरिया के एक अधिकारी अनुसार भूचाल सहायता उड़ानां नूं रोके जाण तो बाद लड़ाकू जहाज़ों द्वारा यह हमला किया गया। दक्खण पूर्वी तुर्की और गुआढ़ी सीरिया विच 6 फरवरी नूं आए भूचाल तो बाद यह हवाई अड्डा राहत उड़ानां लई एक प्रमुख कैरियर रहा। सीरिया विच आवाजाई मंत्रालय के एक अधिकारी ने दस्सिया कि सीरिया के दूजे शहर अलेप्पो तो सहायता उड़ानां नूं रोक दिता गया है। ट्विटर के सीईओ और टेस्ला के मालक एलोन मस्क ने हाल ही में ट्विटर से अपनी कंपनी के एक बर्खास्त कर्मचारी का मजाक उड़ाया है। दरअसल हराल्डूर और थोरलिफ्सन नाम के ट्विटर कर्मचारी ने ट्वीट राही एलोन मस्क नूं पुछया सी कि उन्हां नूं नौकरी बरकरार है जां ओह भी कंपनी की छांटी का शिकार हो गए हैं। इससे ट्विटर के मालक ने अपनी कंपनी ने बर्खास्त कर्मचारी नूं कुछ ट्वीट संदेशा राही कोई तसल्ली बख्श जवाब नहीं दिता ते उसका मजाक भी उड़ाया। हालांकि ट्विटर से ही लोगों ने एलन मस्क के इस रवैये की सख्त आलोचना की और उन्होंने व्यवहार को गलत दस्सिया। शायद इस तो बाद एलन मस्क को अपनी गलती का एहसास होया होवे। हालांकि उसने हराल्डूर तो अपनी गलती लिए माफ़ी भी मंगी है और इतों तक कहा है कि वह उसनूं ट्विटर पर रखने बारे विचार कर रहा है। संयुक्त राष्ट्र के मुखी एंटोनियो गुटेरस मंगलवार देर रात यूक्रेन पहुंचे। इत्थे राजधानी कीव विच ओह राष्ट्रपति जेलेंस्की नाल मुलाकात करनगे। इस मीटिंग विच काले सागर राही अनाज की बरामद नूं जारी रखने बारे विचार किया जाएगा। पिछले साल 24 फरवरी नूं रूस ने यूक्रेन ते हमला किया सी। इस तो बाद दोहां देशां विचाले जंग शुरू हो गई। इस मामले च राहत 7 महीने पहला हुई सी। उदों रूस और यूक्रेन ने इस गल ते सहमति जताई सी कि दोवें देश काले सागर तो लंघण वाले किसी भी जहाज से हमला नहीं करेंगे जो कि कनक चावल या इस तरह के होर उत्पादों को लैके जाएगा। संयुक्त राष्ट्र के मुख्य बुलारे स्टीफन दुजारेक ने मंगलवार को कहा कि गुटेरेस यूक्रेन के गुआढ़ी देश पोलैंड पहुंच गए हैं। वह बुधवार सवेरे इत्थों कीव लई रवाना होणगे और यूक्रेन की राजधानी जेलेंस्की नाल मुलाकात करेंगे।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਧਾਨ ਸਭਾ 'ਚ ਭ੍ਰਿਸ਼ਟਾਚਾਰ ਦੇ ਮਾਮਲੇ ਨੂੰ ਲੈ ਕੇ ਸਰਕਾਰ ਵੱਲੋਂ ਆਉਣ ਵਾਲੇ ਦਿਨਾਂ 'ਚ ਸਖਤ ਰੁਖ ਅਪਣਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਐਲਾਨ ਤੋਂ ਬਾਅਦ ਵਿਜੀਲੈਂਸ ਦੀ ਕਾਰਵਾਈ ਆਉਣ ਵਾਲੇ ਦਿਨਾਂ 'ਚ ਤੇਜ਼ ਹੋਣ ਦੇ ਆਸਾਰ ਬਣ ਗਏ ਹਨ। ਵਿਜੀਲੈਂਸ ਬਿਊਰੋ ਵੱਲੋਂ ਇਸ ਸਮੇਂ ਲਗਭਗ 15 ਨੇਤਾਵਾਂ ਅਤੇ ਕੁਝ ਅਧਿਕਾਰੀਆਂ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿੱਚ ਸਥਿਤ ਇੱਕ ਇਮਾਰਤ ਵਿੱਚ ਧਮਾਕਾ ਹੋਣ ਦੀ ਖਬਰ ਮਿਲੀ ਹੈ। ਸਥਾਨਕ ਮੀਡੀਆ ਨੇ ਦੱਸਿਆ ਹੈ ਕਿ ਇੱਕ ਇਮਾਰਤ ਵਿੱਚ ਜ਼ਬਰਦਸਤ ਧਮਾਕਾ ਹੋ ਗਿਆ, ਜਿਸ ਵਿੱਚ 16 ਲੋਕਾਂ ਦੀ ਮੌਤ ਹੋ ਗਈ ਅਤੇ 100 ਤੋਂ ਵੱਧ ਜ਼ਖਮੀ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਹਾਲੇ ਮੌਤ ਦੀ ਗਿਣਤੀ ਵਿੱਚ ਵਾਧਾ ਹੋ ਸਕਦਾ ਹੈ ਅਤੇ ਜ਼ਖਮੀਆਂ ਨੂੰ ਨੇੜਲੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਸਥਾਨਕ ਮੀਡੀਆ ਅਨੁਸਾਰ ਇਹ ਧਮਾਕਾ ਮੰਗਲਵਾਰ ਸ਼ਾਮ 5:30 ਵਜੇ ਹੋਇਆ। ਧਮਾਕੇ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ 5 ਗੱਡੀਆਂ ਨੂੰ ਕੰਮ ਤੇ ਲਗਾਇਆ ਗਿਆ। ਪੁਲਿਸ ਮੁਤਾਬਿਕ ਜ਼ਖਮੀਆਂ ਨੂੰ ਢਾਕਾ ਮੈਡੀਕਲ ਕਾਲਜ ਹਸਪਤਾਲ ਲਿਜਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਇਮਾਰਤ 'ਚ ਧਮਾਕਾ ਹੋਣ ਕਾਰਨ ਸੜਕ ਕਿਨਾਰੇ ਖੜੀ ਇੱਕ ਬੱਸ ਨੂੰ ਵੀ ਨੁਕਸਾਨ ਪਹੁੰਚਿਆ। ਇਹ ਸਨ ਦੇਸ਼ ਵਿਦੇਸ਼ ਦੀਆਂ ਕੁਝ ਚੋਣਵੀਆਂ ਖਬਰਾਂ। ਹੋਰ ਖਬਰਾਂ ਦੇ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਬਣੇ ਰਹੋ ਪੰਜਾਬ ਮੇਲ USA TV ਦੇ ਨਾਲ। ਧੰਨਵਾਦ।